ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕਈਆਂ ਦਾ ਟੁੱਟਾ ਪੀਆਰ ਦਾ ਸੁਪਨਾ, ਹਜ਼ਾਰਾਂ ਨੌਜਵਾਨ ਹੋਏ ਪਰੇਸ਼ਾਨ। ਟਰੂਡੋ ਖਿਲਾਫ ਜਾਂਚ ਦੀ ਮੰਗ 2016 ਦਾ ਹੈ ਮਾਮਲਾ। ਓਨਟਾਰੀਓ ਸਰਕਾਰ ਵੱਲੋਂ ਬਜਟ ਪੇਸ਼, ਘੱਟ ਇਨਕਮ ਵਾਲਿਆਂ ਨੂੰ ਰਾਹਤ। ਕਿਸਾਨ ਹੋਏ ਪਰੇਸ਼ਾਨ, ਮੌਸਮ ਨੇ ਕੀਤੇ ਔਖੇ। ਸਨਵਿੰਗ ਪਾਰਟੀ ਮਾਮਲੇ ਵਿੱਚ $59,500 ਦਾ ਜੁਰਮਾਨਾ, ਟਰਾਂਸਪੋਰਟ ਮੰਤਰੀ ਨੇ ਦਿੱਤੀ ਜਾਣਕਾਰੀ। ਕੈਨੇਡਾ ਵਿੱਚ ਕਈ ਨੌਜਵਾਨਾਂ ਦਾ ਪੀਆਰ ਹਾਸਲ ਕਰਨ ਦਾ ਸੁਪਨਾ ਟੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ। ਇਹਨਾਂ ਨੌਜਵਾਨਾਂ ਵੱਲੋਂ ਆਪਣੀ ਪਰੇਸ਼ਾਨੀ ਦੱਸੀ ਜਾ ਰਹੀ ਹੈ। ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਉਹ ਪੀਆਰ ਵਾਸਤੇ ਆਪਣੀ ਅਰਜ਼ੀ ਨਹੀਂ ਦੇ ਸਕੇ। ਦਰਅਸਲ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਵੱਡੇ ਡਰਾਅ ਨਹੀਂ ਕੱਢੇ ਗਏ, ਉਸ ਦਾ ਅਸਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਪਰ ਵੀ ਪਿਆ। ਆਪਣੀਆਂ ਅੱਖਾਂ ਵਿੱਚ ਕਈ ਸੁਪਨੇ ਸਜਾ ਕੇ ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਹਜ਼ਾਰਾਂ ਨੌਜਵਾਨਾਂ ਦੇ ਹੱਥ ਨਿਰਾਸ਼ਾ ਲੱਗੀ ਹੈ, ਕਿਉਂਕਿ ਬਹੁਤ ਸਾਰੇ ਨੌਜਵਾਨਾਂ ਨੂੰ ਹੁਣ ਕੈਨੇਡਾ ਛੱਡਣਾ ਪੈ ਰਿਹਾ ਹੈ। ਦਰਅਸਲ ਵਰਕ ਪਰਮਿਟ ਦੀ ਮਿਆਦ ਮੁੱਕਣ ਦੇ ਕਾਰਨ ਇਹ ਹਜ਼ਾਰਾਂ ਨੌਜਵਾਨ ਪਰੇਸ਼ਾਨ ਹੋ ਰਹੇ ਨੇ। ਦੱਸੀਏ ਕਿ ਕਰੋਨਾ ਪੈਂਡੈਮਿਕ ਕਾਰਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਨਹੀਂ ਕੱਢੇ ਗਏ। ਇਸ ਤੋਂ ਬਾਅਦ ਜਿਹੜੇ ਵਿਦਿਆਰਥੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਧੀਨ ਆਉਂਦੇ ਸਨ, ਉਹ ਪੀਆਰ ਵਾਸਤੇ ਆਪਣੀ ਅਰਜ਼ੀ ਨਹੀਂ ਦੇ ਸਕੇ ਤੇ ਬਹੁਤੇ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦੀ ਪੜ੍ਹਾਈ ਪੂਰੀ ਹੋ ਗਈ। ਉਹਨਾਂ ਵੱਲੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1 ਸਾਲ ਦਾ ਤਜਰਬਾ ਲੈ ਕੇ ਪੀਆਰ ਲਈ ਅਪਲਾਈ ਕਰਨਾ ਸੀ, ਪਰ ਡਰਾਅ ਨਾ ਨਿਕਲਣ ਕਾਰਨ ਉਹ ਪੀਆਰ ਹਾਸਲ ਕਰਨ ਤੋਂ ਵਾਂਝੇ ਰਹਿ ਗਏ। ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੁਲਾਈ 2021 ਤੋਂ ਐਕਸਪ੍ਰੈਸ ਐਂਟਰੀ ਡਰਾਅ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। ਕਾਫੀ ਸਮੇਂ ਤੋਂ ਇਹਨਾਂ ਡਰਾਅ ਉੱਪਰ ਰੋਕ ਲਗਾਈ ਗਈ ਸੀ। ਦੱਸ ਦਈਏ ਕਿ ਐਕਸਪ੍ਰੈਸ ਐਂਟਰੀ ਦੇ ਡਰਾਅ ਬੰਦ ਕਰਕੇ ਕੈਨੇਡਾ ਸਰਕਾਰ ਵੱਲੋਂ 2021 ਵਿੱਚ ਅਪ੍ਰੈਲ ਮਹੀਨੇ ਦੌਰਾਨ ਟੀਆਰ 2 ਪੀਆਰ ਪ੍ਰੋਗਰਾਮ ਲਿਆਂਦਾ ਗਿਆ, ਜਿਸ ਵਿੱਚ ਕਿਹਾ ਗਿਆ ਕਿ 90,000 ਇੰਟਰਨੈਸ਼ਨਲ ਸਟੂਡੈਂਟਸ ਅਤੇ ਵਰਕਰਸ ਨੂੰ ਪੱਕਾ ਕੀਤਾ ਜਾਵੇਗਾ। ਜਦੋਂ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਤਾਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਚਿਹਰੇ ਤੇ ਮੁਸਕਾਨ ਨਜ਼ਰ ਆਈ। ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀ ਇਸ ਤਹਿਤ 40,000 ਅਰਜ਼ੀਆਂ ਹੀ ਦੇ ਸਕਦੇ ਸਨ। ਇਸ ਕੋਟੇ ਵਿੱਚ ਇਹ ਦੇਖਿਆ ਗਿਆ ਕਿ 24 ਘੰਟਿਆਂ ਦੌਰਾਨ ਹੀ ਅਰਜ਼ੀਆਂ ਭਰ ਗਈਆਂ। ਕੁਝ ਸ਼ਰਤਾਂ ਦੇ ਚੱਲਦਿਆਂ ਬਹੁਤੇ ਆਪਣੀ ਅਰਜ਼ੀ ਵੀ ਨਹੀਂ ਲਗਾ ਸਕੇ। ਹੁਣ ਹਾਲ ਹੀ ਵਿੱਚ ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਨਵਰੀ ਤੋਂ ਦਸੰਬਰ 2022 ਦੌਰਾਨ ਖਤਮ ਹੋ ਰਹੇ ਹਨ, ਉਹ 18 ਮਹੀਨਿਆਂ ਦੇ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਣਗੇ। ਇਮੀਗ੍ਰੇਸ਼ਨ ਵਿਭਾਗ ਮੁਤਾਬਕ ਇਹ ਪਾਲਿਸੀ ਸਿਰਫ ਉਹਨਾਂ ਵਿਦਿਆਰਥੀਆਂ ਤੇ ਲਾਗੂ ਹੁੰਦੀ ਹੈ ਜਿਨ੍ਹਾਂ ਨੇ ਟੀਆਰ 2 ਪੀਆਰ ਪ੍ਰੋਗਰਾਮ ਅਧੀਨ ਅਪਲਾਈ ਕੀਤਾ ਸੀ। ਹੁਣ ਜਿਹੜੇ ਵਿਦਿਆਰਥੀ ਇਸ ਅਧੀਨ ਅਪਲਾਈ ਨਹੀਂ ਕਰ ਸਕੇ, ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਿਲਾਫ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮੰਗ ਕੰਜ਼ਰਵੇਟਿਵ ਪਾਰਟੀ ਕਰ ਰਹੀ ਹੈ। ਦਰਅਸਲ 2016 ਵਿੱਚ ਜਿਹੜੇ ਟ੍ਰਿਪ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗਏ ਸੀ, ਇਸ ਮਾਮਲੇ ਦੇ ਸੰਬੰਧ ਵਿੱਚ ਹੁਣ ਕ੍ਰਿਮੀਨਲ ਜਾਂਚ ਲਈ ਮੰਗ ਕੀਤੀ ਜਾ ਰਹੀ ਹੈ। ਕੀ ਇਸ ਬਾਰੇ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੰਜ਼ਰਵੇਟਿਵ ਪਾਰਟੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਿਲਾਫ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ 2016 ਦੇ ਟ੍ਰਿਪ ਦੇ ਉੱਪਰ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜੀ ਹਾਂ, ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਵੱਲੋਂ ਇਹ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਰੀਬ 6 ਸਾਲ ਪਹਿਲਾਂ ਦੇ ਟ੍ਰਿਪ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਇਹ ਮਾਮਲਾ 2016 ਨਾਲ ਸੰਬੰਧਿਤ ਹੈ। ਦੱਸ ਦਈਏ ਕਿ ਉਸ ਵੇਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਗਾ ਖਾਨ ਦੇ ਪ੍ਰਾਈਵੇਟ ਆਈਲੈਂਡ ਦਾ ਦੌਰਾ ਕੀਤਾ ਗਿਆ ਸੀ। ਹੁਣ ਇਸ ਤੋਂ ਬਾਅਦ ਕੰਜ਼ਰਵੇਟਿਵ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਨਵਾਂ ਤੱਥ ਸਾਹਮਣੇ ਆਇਆ। ਕੰਜ਼ਰਵੇਟਿਵ ਪਾਰਟੀ ਵੱਲੋਂ ਟਰੂਡੋ ਦੇ ਬੋਹੇਮੀਅਨ ਵੈਕੇਸ਼ਨ ਤੇ ਸਵਾਲ ਖੜੇ ਕੀਤੇ ਗਏ। ਇਸ ਦੌਰੇ ਤੇ ਟਰੂਡੋ ਆਪਣੇ ਪਰਿਵਾਰ ਨਾਲ ਗਏ ਸਨ। ਕੰਜ਼ਰਵੇਟਿਵ ਪਾਰਟੀ ਵੱਲੋਂ ਦੱਸਿਆ ਗਿਆ ਕਿ ਐਕਸੈਸ ਟੂ ਇਨਫੋਰਮੇਸ਼ਨ ਦੇ ਜ਼ਰੀਏ ਉਹਨਾਂ ਨੂੰ ਇਸ ਬਾਰੇ ਇੱਕ ਨਵੀਂ ਜਾਣਕਾਰੀ ਮਿਲੀ ਹੈ। ਦੱਸੀਏ ਕਿ ਇਸ ਟ੍ਰਿਪ ਬਾਰੇ ਫੈਡਰਲ ਐਥਿਕਸ ਕਮਿਸ਼ਨ ਨੇ ਵੀ ਜਾਂਚ ਕੀਤੀ ਸੀ ਅਤੇ ਸਾਲ 2017 ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਿਹੜਾ ਇਹ ਤੋਹਫਾ ਮਨਜ਼ੂਰ ਕੀਤਾ ਗਿਆ, ਇਸ ਨਾਲ ਕਨਫਲਿਕਟ ਆਫ ਇੰਟਰਸਟ ਰੂਲਸ ਦੀ ਅਣਦੇਖੀ ਹੋਈ ਸੀ। ਉਸ ਵੇਲੇ ਦੱਸਿਆ ਗਿਆ ਸੀ ਕਿ ਆਗਾ ਖਾਨ ਨੇ ਅਜਿਹੀ ਚੈਰਿਟੀ ਬਣਾਈ ਹੈ ਜਿਸ ਨੂੰ ਫੈਡਰਲ ਪੈਸਾ ਹਾਸਲ ਹੁੰਦਾ ਹੈ। ਕੰਜ਼ਰਵੇਟਿਵ ਪਾਰਟੀ ਦੀ ਇੰਟਰਮ ਲੀਡਰ ਨੇ ਲਗਾਤਾਰ ਸਵਾਲ ਕੀਤੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸਪਸ਼ਟ ਕਰਨ ਕਿ ਉਹਨਾਂ ਨੇ ਬਤੌਰ ਪ੍ਰਧਾਨ ਮੰਤਰੀ ਖੁਦ ਨੂੰ ਤੋਹਫਾ ਕਬੂਲ ਕਰਨ ਦੀ ਅਥਾਰਟੀ ਦੇ ਦਿੱਤੀ ਸੀ। ਹੁਣ ਉਹਨਾਂ ਵੱਲੋਂ ਇਸ ਸੰਬੰਧ ਵਿੱਚ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਓਨਟਾਰੀਓ ਵੱਲੋਂ ਚੋਣਾਂ ਤੋਂ ਪਹਿਲਾਂ ਬਜਟ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਵੱਡੇ ਐਲਾਨ ਕੀਤੇ ਗਏ। ਪ੍ਰੀਮੀਅਰ ਡਗਫੋਰਡ ਵੱਲੋਂ ਇਸ ਬਜਟ ਵਿੱਚ ਬਜ਼ੁਰਗਾਂ ਵਾਸਤੇ ਵੀ ਕੁਝ ਰੱਖਿਆ ਗਿਆ ਤੇ ਨਾ ਹੀ ਕਿਹਾ ਗਿਆ ਹੈ ਕਿ ਜਿਹੜੇ ਲੋ ਇਨਕਮ ਲੋਕ ਹਨ ਉਹਨਾਂ ਨੂੰ ਟੈਕਸ ਸੰਬੰਧੀ ਰਾਹਤ ਦਿੱਤੀ ਜਾਏਗੀ। ਗੈਸ ਟੈਕਸ ਹਟਾਉਣ ਦੀ ਵੀ ਗੱਲ ਕੀਤੀ ਗਈ ਹੈ।
ontario ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਬਜਟ ਪੇਸ਼ ਕੀਤਾ ਗਿਆ, ਜਿਸ ਰਾਹੀਂ ਕਈ ਵੱਡੇ ਐਲਾਨ ਕੀਤੇ ਗਏ। ਇਸ ਬਜਟ ਰਾਹੀਂ ਲੋ ਇਨਕਮ ਵਰਕਰਸ ਅਤੇ ਸੀਨੀਅਰਸ ਨਾਲ ਵਾਅਦੇ ਕੀਤੇ ਗਏ ਨੇ। ਇਸ ਬਜਟ ਰਾਹੀਂ ਦੱਸਿਆ ਗਿਆ ਹੈ ਕਿ ਡੈਫਿਸਿਟ 19.9 ਬਿਲੀਅਨ ਡਾਲਰ ਤੇ ਪਹੁੰਚ ਜਾਵੇਗੀ। 2023 ਤੋਂ 2024 ਦੌਰਾਨ ਇਸ ਵਿੱਚ 10.8 ਬਿਲੀਅਨ ਡਾਲਰ ਤੱਕ ਗਿਰਾਵਟ ਆਵੇਗੀ। 2024 ਤੋਂ 2025 ਤੱਕ 6.1 ਬਿਲੀਅਨ ਡਾਲਰ, 2025 ਤੋਂ 2026 ਤੱਕ 5 ਬਿਲੀਅਨ ਡਾਲਰ ਦੀ ਜਾਣਕਾਰੀ ਦਿੱਤੀ ਗਈ। ਪ੍ਰੀਮੀਅਰ ਡਗ ਫੋਰਡ ਦੇ ਇਸ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਗਏ ਬਜਟ ਵਿੱਚ ਲੋ ਇਨਕਮ ਵਰਕਰਸ ਨੂੰ ਟੈਕਸ ਸੰਬੰਧੀ ਰਾਹਤ ਦਾ ਐਲਾਨ ਕੀਤਾ ਗਿਆ। ਗੈਸ ਟੈਕਸ ਵਿੱਚ ਕਟੌਤੀ ਕਰਨ ਬਾਰੇ ਵੀ ਕਿਹਾ ਗਿਆ ਹੈ। ਫੋਰਡ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਨਫਰਾਸਟ੍ਰਕਚਰ ਦੇ ਸੰਬੰਧ ਵਿੱਚ 10 ਬਿਲੀਅਨ ਡਾਲਰ ਲਿਆਂਦੇ ਜਾਣਗੇ। ਫੰਡਸ ਰਾਹੀਂ ਬਰੈਂਪਟਨ ਅਤੇ ਮਿਸੀਸਾਗਾ ਵਿੱਚ ਨਵੇਂ ਹਸਪਤਾਲ ਬਣਾਏ ਜਾਣਗੇ। ਇਸ ਤੋਂ ਇਲਾਵਾ ਇਟੋਬਿਕੋ ਅਤੇ ਸਕਾਰਬਰੋ ਵਿੱਚ ਵੀ ਹਸਪਤਾਲ ਬਣਾਏ ਜਾਣ ਬਾਰੇ ਜਾਣਕਾਰੀ ਦਿੱਤੀ ਗਈ ਹੈ। Well, you know what this is? This is a plan to rebuild our economy. This is a plan that will get better jobs and bigger paychecks in Ontario. This is a plan that we've announced today, building $158 billion of capital to build highways, to build infrastructure. And of course, we're supporting workers and working for workers, so putting more money into skilled trades and skills and retraining so the workers of Ontario can succeed. And I think that we are also helping Ontarians in a time of rising prices, bringing costs down, putting more money in their pockets. So I think this is a big budget. It's got a whole bunch of things to move forward. It's a plan. It's Premier Ford's plan. And you know what? We're getting it done. Well, the good news is that, in fact, our debt to GDP is down 800.8%. Our commitment to balance the budget is going to happen 2 years faster than we said last year. Our deficit's down meaningfully, but most importantly, so this is a plan that rebuilds Ontario's economy. You know, we've got to get people working. You know, the previous government, the Liberal government, we saw 300,000 manufacturing jobs leave this province. You know, those were jobs in Oshawa, in Windsor, in Oakville. We're bringing back those jobs, $12 billion of investment over the last 18 months, going into 2,600 jobs in Oshawa. 2,500 jobs in Windsor, 5 electric vehicle lines in Oakville. So this is an ambitious plan that invests in the people of Ontario, invests in infrastructure, builds hospitals and builds roads and builds public transit and subways so that we can get Ontario rebuilt, and we're very much not only getting it done now, but we're getting it to get done for the future. ਕੈਨੇਡਾ ਦੇ ਕਿਸਾਨ ਪਰੇਸ਼ਾਨ ਹਨ, ਜਿਨ੍ਹਾਂ ਵੱਲੋਂ ਆਪਣੀ ਪਰੇਸ਼ਾਨੀ ਦੱਸੀ ਜਾ ਰਹੀ ਹੈ। ਦਰਅਸਲ ਸਨੋ ਅਤੇ ਖਰਾਬ ਮੌਸਮ ਦੇ ਚੱਲਦਿਆਂ ਉਹ ਫਸਲ ਸਮੇਂ ਸਿਰ ਨਹੀਂ ਬੀਜ ਸਕੇ, ਜਿਸ ਤੋਂ ਬਾਅਦ ਉਹਨਾਂ ਨੂੰ ਘਾਟਾ ਵੀ ਸਹਿਣਾ ਪੈ ਰਿਹਾ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਸਲਾਂ ਦੇ ਵਿੱਚ ਵੀ ਹੁਣ ਪਹਿਲਾਂ ਦੇ ਮੁਕਾਬਲੇ ਪ੍ਰੋਡਕਸ਼ਨ ਅੰਦਰ ਗਿਰਾਵਟ ਹੋ ਰਹੀ ਹੈ। ਕੈਨੇਡਾ ਦੇ ਕਿਸਾਨਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਕਿਸਾਨਾਂ ਨੂੰ ਜਿਹੜੀ ਪਰੇਸ਼ਾਨੀ ਹੈ ਉਸ ਦਾ ਵੱਡਾ ਕਾਰਨ ਹੈ ਠੰਡ ਅਤੇ ਜਿਹੜੀ ਬਰਫ਼ ਪਈ। ਦਰਅਸਲ ਥੰਡਰ ਵੇ ਏਰੀਆ ਨਾਲ ਸੰਬੰਧਿਤ ਕਿਸਾਨ ਆਪਣੀ ਮਜਬੂਰੀ ਸਾਂਝੀ ਕਰਦੇ ਦਿਖਾਈ ਦੇ ਰਹੇ ਨੇ। ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਖਰਾਬ ਮੌਸਮ ਕਾਰਨ ਉਹਨਾਂ ਨੂੰ ਹੁਣ ਘਾਟਾ ਸਹਿਣਾ ਪੈ ਰਿਹਾ ਹੈ, ਕਿਉਂਕਿ ਜਿਹੜੀ ਫਸਲ ਉਹਨਾਂ ਵੱਲੋਂ ਬੀਜੀ ਜਾਣੀ ਸੀ ਉਸ ਸਮੇਂ ਸਿਰ ਬੀਜ ਨਹੀਂ ਸਕੇ। ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਸਮੇਂ ਕਾਫੀ ਪਰੇਸ਼ਾਨੀ ਹੋ ਰਹੀ ਹੈ ਤੇ ਵੱਡਾ ਘਾਟਾ ਵੀ ਸਹਿਣਾ ਪੈ ਰਿਹਾ ਹੈ। ਦੱਸ ਦਈਏ ਕਿ ਕੈਨੇਡਾ ਅੰਦਰ ਕਣਕ ਉਤਪਾਦਨ ਵਿੱਚ 38% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਪਿੱਛੇ ਕੀ ਕਾਰਨ ਹੈ ਇਹ ਵੀ ਦੱਸਿਆ ਗਿਆ। ਇਹ ਆંકੜਾ ਸਟੈਟਿਸਟਿਕਸ ਕੈਨੇਡਾ ਵੱਲੋਂ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਕਨੋਲਾ ਪ੍ਰੋਡਕਸ਼ਨ ਵਿੱਚ ਵੀ 35% ਦੀ ਗਿਰਾਵਟ ਹੋਈ। ਹੁਣ ਕਿਸਾਨਾਂ ਵੱਲੋਂ ਆਪਣਾ ਦਰਦ ਬਿਆਨ ਕਰਦੇ ਹੋਏ ਦੱਸਿਆ ਗਿਆ ਕਿ ਜਿਹੜੀ ਬਰਫ਼ ਪਈ ਉਸਨੇ ਕਾਫੀ ਕੁਝ ਬਦਲ ਦਿੱਤਾ। ਉਹਨਾਂ ਨੂੰ ਤਾਂ ਜਾਨਵਰਾਂ ਨੂੰ ਚਾਰਾ ਮੁਹੱਈਆ ਕਰਵਾਉਣ ਵਿੱਚ ਵੀ ਪਰੇਸ਼ਾਨੀ ਹੋ ਰਹੀ ਹੈ, ਕਿਉਂਕਿ ਬਹੁਤ ਸਾਰੀਆਂ ਫਸਲਾਂ ਉਹ ਇਸ ਖਰਾਬ ਮੌਸਮ ਦੇ ਚੱਲਦਿਆਂ ਨਹੀਂ ਬੀਜ ਸਕੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਖਾਸ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿੱਚ ਦੱਸਿਆ ਗਿਆ ਕਿ ਕਿਹਨਾਂ ਉੱਪਰ ਲੱਗੀ ਪਾਬੰਦੀ ਨੂੰ ਹਟਾਇਆ ਜਾ ਰਿਹਾ ਹੈ। ਇਸ ਬਾਰੇ ਕੀ ਉਹਨਾਂ ਨੇ ਐਲਾਨ ਕੀਤਾ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡੀਅਨ ਬਲੱਡ ਸਰਵਿਸਿਜ਼ ਮੁਤਾਬਕ ਹੈਲਥ ਕੈਨੇਡਾ ਵੱਲੋਂ ਸਮਲਿੰਗੀ ਮਰਦਾਂ ਦੇ ਖੂਨਦਾਨ ਕਰਨ ਤੇ ਜਿਹੜੀ ਪਾਬੰਦੀ ਲਗਾਈ ਗਈ ਸੀ ਉਸ ਨੂੰ ਖਤਮ ਕਰਨ ਦੀ ਅਰਜ਼ੀ ਪ੍ਰਵਾਨ ਕਰ ਲਈ ਗਈ ਹੈ, ਜਿਸ ਦਾ ਭਾਵ ਹੈ ਕਿ ਜੋ ਪਹਿਲਾਂ ਇੱਥੇ ਪਾਬੰਦੀ ਲਗਾਈ ਗਈ ਸੀ ਉਹ ਹੁਣ ਖਤਮ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਕੈਨੇਡੀਅਨ ਬਲੱਡ ਸਰਵਿਸਿਜ਼ ਵੱਲੋਂ ਹੈਲਥ ਕੈਨੇਡਾ ਤੋਂ ਇਸ ਸੰਬੰਧੀ ਮੰਗ ਕੀਤੀ ਗਈ ਸੀ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਬਾਰੇ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ।
This morning, Health Canada authorized Canadian Blood Services to lift the current blood donation ban for men who have sex with men. Instead, all donors will be screened for high-risk sexual behaviour regardless of gender identity or sexual orientation. Our government welcomes this decision. It's been a long time coming. The current approach was discriminatory and wrong. This is a significant milestone in moving forward on both the safety of our blood supply, but also non-discriminatory practices. C'est important qu'aujourd'hui, l'approbation de Santé Canada d'éliminer la période d'exclusion générale pour les hommes ayant des relations sexuelles avec d'autres hommes, c'est une bonne nouvelle. La Société canadienne du sang va plutôt mettre en place une approche en fonction des comportements sexuels à risque pour tous les donneurs, peu importe leur genre ou leur orientation sexuelle. In 2015, we got elected with a commitment to end this discriminatory practice. We turned to Canadian Blood Services in Éma, Quebec, and we said, what is it that you need to end this practice? They said, we need more research, we need more studies, we need more science to make sure that we can continue to give Canadians full confidence in the safety of the blood supply. So over the past years, we funded to over $5 million, a dozen different studies to make sure that we could get to this day. It is frustrating that it took this long. Implementation should be done by the fall, hopefully. But this is good news for all Canadians. Our blood supply will continue to be safe, and we're doing away with a discriminatory blanket ban. ਮੋਡਰਨਾ ਵੱਲੋਂ ਕੈਨੇਡਾ ਦੇ ਮੌਂਟਰੀਅਲ ਵਿੱਚ ਪਲਾਂਟ ਖੋਲ੍ਹਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਿਹੜੀ ਥਾਂ ਦੇ ਉੱਪਰ ਸਪਸ਼ਟ ਰੂਪ ਵਿੱਚ ਇਹ ਪਲਾਂਟ ਖੁੱਲ੍ਹਣ ਜਾ ਰਿਹਾ ਹੈ, ਇਹ ਤਾਂ ਡਿਟੇਲ ਨਹੀਂ ਦਿੱਤੀ ਗਈ, ਪਰ ਦੱਸ ਦਈਏ ਕਿ ਅਮਰੀਕਾ ਦੀ ਜਿਹੜੀ ਇਹ ਕੰਪਨੀ ਇਹਨਾਂ ਵੱਲੋਂ ਪਹਿਲੀ ਵਾਰ ਅਮਰੀਕਾ ਤੋਂ ਬਾਹਰ ਆਪਣਾ ਪਲਾਂਟ ਲਗਾਇਆ ਜਾ ਰਿਹਾ ਹੈ। ਕੈਨੇਡਾ 'ਚ ਮਾਡਰਨਾ ਦਾ ਨਵਾਂ ਪਲਾਂਟ ਖੁੱਲ੍ਹਣ ਜਾ ਰਿਹਾ ਹੈ। ਮੌਂਟਰੀਅਲ ਵਿੱਚ ਵੈਕਸੀਨ ਨਿਰਮਾਣ ਪਲਾਂਟ ਮਾਡਰਨਾ ਵੱਲੋਂ ਖੋਲ੍ਹਿਆ ਜਾਵੇਗਾ। ਦੱਸ ਦਈਏ ਕਿ ਅਮਰੀਕਾ ਦੀ ਫਾਰਮਾ ਕੰਪਨੀ ਮਾਡਰਨਾ ਨੇ ਆਪਣਾ ਨਵਾਂ ਵੈਕਸੀਨ ਨਿਰਮਾਣ ਪਲਾਂਟ ਬਣਾਉਣ ਲਈ ਮੌਂਟਰੀਅਲ ਇਲਾਕੇ ਦੀ ਚੋਣ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਮਾਡਰਨਾ ਅਮਰੀਕਾ ਤੋਂ ਬਾਹਰ ਆਪਣਾ ਪਲਾਂਟ ਲਗਾ ਰਿਹਾ ਹੋਵੇ। ਕੁਝ ਰਿਪੋਰਟਸ ਤੋਂ ਇਹ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕਿਊਬੈਕ ਦੇ ਪ੍ਰੀਮੀਅਰ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕਰਨਗੇ। ਦੱਸ ਦਈਏ ਕਿ ਪਲਾਂਟ ਵਿੱਚ ਹਰ ਸਾਲ 30 ਮਿਲੀਅਨ ਡੋਜ਼ਸ ਤਿਆਰ ਕੀਤੀਆਂ ਜਾਣਗੀਆਂ ਤੇ ਕਰੀਬ 200 ਤੋਂ 300 ਨੌਕਰੀਆਂ ਵੀ ਇਸ ਨਾਲ ਪੈਦਾ ਹੋਣਗੀਆਂ। ਇਸ ਪ੍ਰੋਡਕਸ਼ਨ ਪਲਾਂਟ ਦੇ ਚਾਲੂ ਹੋਣ ਲਈ ਸਾਲ 2024 ਦਾ ਟੀਚਾ ਤੈਅ ਕੀਤਾ ਗਿਆ ਹੈ। ਹਾਲਾਂਕਿ ਇਸ ਪਲਾਂਟ ਦੀ ਸਟੀਕ ਲੋਕੇਸ਼ਨ ਅਜੇ ਤੈਅ ਨਹੀਂ ਹੋਈ, ਪਰ ਦੱਸਿਆ ਜਾ ਰਿਹਾ ਹੈ ਕਿ ਇਹ ਪਲਾਂਟ ਮੌਂਟਰੀਅਲ ਵਿੱਚ ਖੁੱਲ੍ਹਣ ਜਾ ਰਿਹਾ ਹੈ। ਮਾਡਰਨਾ ਕੰਪਨੀ ਦੇ CEO ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਦੱਸ ਦਈਏ ਕਿ ਹੁਣ ਤੱਕ ਕੈਨੇਡਾ ਸਰਕਾਰ ਕਰੀਬ 30 ਪ੍ਰੋਜੈਕਟਸ ਵਿੱਚ $1.6 ਬਿਲੀਅਨ ਦੀ ਇਨਵੈਸਟਮੈਂਟ ਕਰ ਚੁੱਕੀ ਹੈ। ਕਿਊਬੈਕ ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਮਾਸਕ ਦੀ ਸ਼ਰਤ ਹੈ ਉਸ ਨੂੰ ਹਟਾ ਦਿੱਤਾ ਜਾਵੇ। ਫਿਲਹਾਲ ਇਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ। ਇਹ ਕਿਹਾ ਜਾ ਰਿਹਾ ਹੈ, ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਬਾਰੇ ਕੁਝ ਐਲਾਨ ਹੋ ਸਕਦਾ ਹੈ। ਕਿਊਬੈਕ ਵਿੱਚ ਜਿਹੜੀਆਂ ਇਸ ਸਮੇਂ ਕਰੋਨਾ ਕਾਰਨ ਪਾਬੰਦੀਆਂ ਲਗਾਈਆਂ ਗਈਆਂ, ਉਹਨਾਂ ਸ਼ਰਤਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਜੀ ਹਾਂ, ਕਿਊਬੈਕ ਦੇ ਪਬਲਿਕ ਹੈਲਥ ਡਾਇਰੈਕਟਰ 14 ਮਈ ਤੱਕ ਮਾਸਕ ਸੰਬੰਧੀ ਜਿਹੜੀਆਂ ਸ਼ਰਤਾਂ ਨੇ ਉਹਨਾਂ ਨੂੰ ਖਤਮ ਕਰਨ ਦੀ ਸਿਫਾਰਿਸ਼ ਕਰ ਸਕਦੇ ਹਨ। ਇਸ ਬਾਰੇ ਕੁਝ ਰਿਪੋਰਟਸ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਸੋਰਸਸ ਮੁਤਾਬਕ ਪਤਾ ਚੱਲਿਆ ਕਿ ਕਿਊਬੈਕ ਦੇ ਇੰਟਰਿਮ ਪਬਲਿਕ ਹੈਲਥ ਡਾਇਰੈਕਟਰ 14 ਮਈ ਤੱਕ ਮਾਸਕ ਸ਼ਰਤਾਂ ਨੂੰ ਖਤਮ ਕਰਨ ਲਈ ਸਿਫਾਰਿਸ਼ ਕਰ ਸਕਦੇ ਹਨ। ਦੱਸ ਦਈਏ ਕਿ ਪਿਛਲੇ ਹਫ਼ਤੇ ਕਿਊਬੈਕ ਦੇ ਹੈਲਥ ਮਿਨਿਸਟਰ ਵੱਲੋਂ ਮਾਸਕ ਪਾਉਣ ਦੀ ਸ਼ਰਤ ਨੂੰ ਅੱਗੇ ਵਧਾਉਣ ਦੀ ਸਿਫਾਰਿਸ਼ ਸਵੀਕਾਰ ਕੀਤੀ ਸੀ। ਪਹਿਲਾਂ ਅਪ੍ਰੈਲ ਦੇ ਆਖਿਰ ਤੱਕ ਮਾਸਕ ਨਿਯਮਾਂ ਨੂੰ ਹਟਾਉਣਾ ਸੀ, ਪਰ ਬਾਅਦ ਵਿੱਚ ਇਸ ਨੂੰ ਮਈ ਦੇ ਮੱਧ ਤੱਕ ਵਧਾ ਦਿੱਤਾ ਗਿਆ। ਉਨ੍ਹਾਂ ਕਿਹਾ ਸੀ ਕਿ ਮਾਸਕ ਸ਼ਰਤਾਂ ਦੀ ਮਿਆਦ ਵਿੱਚ ਵਾਧਾ ਕੋਵਿਡ ਦੇ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾ ਰਿਹਾ, ਕਿਉਂਕਿ ਪਹਿਲਾਂ ਦੇ ਮੁਕਾਬਲੇ ਇੱਥੇ ਕਰੋਨਾ ਦੇ ਕੇਸਿਸ ਵੱਧ ਦਰਜ ਕੀਤੇ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਇਸ ਸਮੇਂ ਵੱਖ-ਵੱਖ ਥਾਵਾਂ ਤੇ ਕਰੋਨਾ ਵਾਇਰਸ ਦੀ 6ਵੀਂ ਲਹਿਰ ਸ਼ੁਰੂ ਹੋ ਚੁੱਕੀ ਹੈ। ਕਿਊਬੈਕ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ, ਪਰ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀਆਂ ਪਾਬੰਦੀਆਂ ਮੌਜੂਦਾ ਸਮੇਂ ਬਰਕਰਾਰ ਨੇ ਉਹਨਾਂ ਵਿੱਚ ਵੀ ਢਿੱਲ ਦਿੱਤੀ ਜਾ ਸਕਦੀ ਹੈ। ਸਨਵਿੰਗ ਪਾਰਟੀ ਮਾਮਲੇ ਵਿੱਚ ਲਗਾਤਾਰ ਜੁਰਮਾਨੇ ਲਗਾਏ ਜਾ ਰਹੇ ਨੇ, ਜਿਸ ਬਾਰੇ ਹੁਣ ਤਾਜ਼ਾ ਜਾਣਕਾਰੀ ਟਰਾਂਸਪੋਰਟ ਮੰਤਰੀ ਵੱਲੋਂ ਦਿੱਤੀ ਗਈ।
50,000 ਤੋਂ ਵੱਧ ਜੁਰਮਾਨੇ ਹੁਣ ਤੱਕ ਲਗਾਏ ਜਾ ਚੁੱਕੇ ਨੇ, ਜਿਸ ਬਾਰੇ ਮੰਤਰੀ ਨੇ ਡੀਟੇਲ ਸਾਂਝੀ ਕੀਤੀ ਹੈ। ਦੱਸ ਦਈਏ ਕਿ ਇੱਕ ਫਲਾਈਟ ਵਿੱਚ ਪਾਰਟੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਕਰੋਨਾ ਨਿਯਮਾਂ ਦਾ ਉਲੰਘਣ ਕੀਤਾ ਗਿਆ। ਸੋਸ਼ਲ ਮੀਡੀਆ ਉੱਪਰ ਵੀ ਵੀਡੀਓ ਕਾਫੀ ਵਾਇਰਲ ਹੋਈ ਸੀ। ਸਨਵਿੰਗ ਫਲਾਈਟ ਪਾਰਟੀ ਦੇ ਸੰਬੰਧ ਵਿੱਚ ਅਜੇ ਵੀ ਕਈਆਂ ਨੂੰ ਜੁਰਮਾਨਾ ਲਗਾਇਆ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਟਰਾਂਸਪੋਰਟ ਮੰਤਰੀ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਕੁੱਲ $59,500 ਦਾ ਜੁਰਮਾਨਾ ਲਗਾਇਆ ਜਾ ਚੁੱਕਿਆ ਹੈ। ਫੈਡਰਲ ਟਰਾਂਸਪੋਰਟ ਮੰਤਰੀ ਦੇ ਦੱਸਣ ਮੁਤਾਬਕ 37 ਯਾਤਰੀਆਂ ਨੂੰ ਜੁਰਮਾਨਾ ਲਗਾਇਆ ਗਿਆ। ਦਸੰਬਰ ਦੌਰਾਨ ਫਲਾਈਟ ਵਿੱਚ ਜਿਹੜੀ ਪਾਰਟੀ ਦਾ ਮਾਮਲਾ ਸਾਹਮਣੇ ਹੈ, ਉਸ ਸੰਬੰਧ ਵਿੱਚ ਹੁਣ ਤੱਕ $59,500 ਤੱਕ ਦਾ ਜੁਰਮਾਨਾ ਲੱਗ ਚੁੱਕਿਆ ਹੈ। ਜਾਣਕਾਰੀ ਮੁਤਾਬਕ ਕੁੱਲ 42 ਟਿਕਟਾਂ ਜਾਰੀ ਕੀਤੀਆਂ ਗਈਆਂ, ਜਿਸ ਵਿੱਚ 18 ਵੈਕਸੀਨ ਨਿਯਮ ਦਾ ਉਲੰਘਣ ਕਰਦੇ ਅਤੇ 24 ਮਾਸਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਯਾਤਰੀਆਂ ਨੂੰ ਜੁਰਮਾਨਾ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋਈਆਂ ਸਨ, ਜਿਸ ਵਿੱਚ ਵੇਖਿਆ ਜਾ ਸਕਦਾ ਸੀ ਕਿ ਫਲਾਈਟ ਵਿੱਚ ਕਿਵੇਂ ਕਰੋਨਾ ਨਿਯਮਾਂ ਦਾ ਉਲੰਘਣ ਕਰਦਿਆਂ ਜਸ਼ਨ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਸਨ। ਦੱਸ ਦਈਏ ਕਿ ਇਸ ਉਡਾਨ ਵਿੱਚ ਕਿਊਬਿਕ ਸੋਸ਼ਲ ਮੀਡੀਆ ਇਨਫਲੂਐਂਸਰਸ ਅਤੇ ਟੀਵੀ ਨਾਲ ਜੁੜੇ ਹੋਏ ਕੁਝ ਚਿਹਰੇ ਸਨ, ਜਿਨ੍ਹਾਂ ਵੱਲੋਂ ਕਰੋਨਾ ਨਿਯਮਾਂ ਦਾ ਉਲੰਘਣ ਕੀਤਾ ਗਿਆ। ਹੁਣ ਜੁਰਮਾਨੇ ਦੇ ਬਾਰੇ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤੇ ਮੰਤਰੀ ਵੱਲੋਂ ਵੀ ਤਾਜ਼ਾ ਅਪਡੇਟ ਦਿੱਤੀ ਗਈ। ਪੁਲਿਸ ਅਤੇ ਇੱਕ ਵਿਅਕਤੀ ਵਿੱਚ ਗਨ ਫਾਇਰ ਐਕਸਚੇਂਜ ਹੋਏ, ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ ਅਤੇ ਅਫਸਰ ਜ਼ਖਮੀ ਦੱਸਿਆ ਜਾ ਰਿਹਾ ਹੈ। ਪੀੜਤ ਦਾ ਨਾਮ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ ਤੇ ਨਾ ਹੀ ਉਸ ਵਿਅਕਤੀ ਬਾਰੇ ਦੱਸਿਆ ਗਿਆ ਹੈ ਜਿਸ ਨੂੰ ਗੋਲੀ ਲੱਗੀ ਤੇ ਉਸ ਦੀ ਮੌਤ ਹੋ ਗਈ। ਮਾਮਲਾ ਵੈਨਕੂਵਰ ਤੋਂ ਸਾਹਮਣੇ ਆਇਆ, ਜਿੱਥੇ ਗਨ ਫਾਇਰ ਐਕਸਚੇਂਜ ਦੇ ਚੱਲਦਿਆਂ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਆਫੀਸਰਸ ਨੂੰ ਘਟਨਾ ਵਾਲੀ ਥਾਂ ਤੇ 8:30 ਦੇ ਕਰੀਬ ਬੁਲਾਇਆ ਗਿਆ ਸੀ, ਜਿੱਥੇ ਉਹਨਾਂ ਨੂੰ ਅਪਾਰਟਮੈਂਟ ਬਿਲਡਿੰਗ ਅੰਦਰ ਅਸੌਲਟ ਬਾਰੇ ਜਾਣਕਾਰੀ ਮਿਲੀ। ਜਦੋਂ ਆਫੀਸਰਸ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਦੀ ਵਿਅਕਤੀ ਨਾਲ ਗੱਲਬਾਤ ਹੋਈ ਤੇ ਇਹ ਮਾਮਲਾ ਅੱਗੇ ਵਧ ਗਿਆ। ਪੁਲਿਸ ਅਤੇ ਉਸ ਵਿਅਕਤੀ ਵੱਲੋਂ ਇੱਕ ਦੂਸਰੇ ਤੇ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਚਲਾਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਉਮਰ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਇੱਕ ਪੁਲਿਸ ਅਫਸਰ ਵੀ ਇਸ ਮਾਮਲੇ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਜੂਦਾ ਸਮੇਂ ਇਸ ਆਫੀਸਰ ਦਾ ਹਸਪਤਾਲ ਵਿੱਚ ਇਸ ਸਮੇਂ ਇਲਾਜ ਚੱਲ ਰਿਹਾ ਹੈ। ਹੁਣ ਮਾਮਲੇ ਦੀ ਜਾਂਚ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਵੱਲੋਂ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਉਸ ਵਿਅਕਤੀ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ, ਜਿਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਤੇ ਨਾ ਹੀ ਉਸ ਆਫੀਸਰ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੋ ਇਸ ਦੌਰਾਨ ਜ਼ਖਮੀ ਹੋਇਆ। ਮਾਮਲੇ ਦੀ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਦੋ ਵਾਹਨ ਆਪਸ ਵਿੱਚ ਟਕਰਾਏ, ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਦੱਸਿਆ ਕਿ ਇੱਕ ਦੀ ਮੌਤ ਹੋ ਗਈ ਤੇ 3 ਜਾਣੇ ਜ਼ਖਮੀ ਹਨ। ਫਿਲਹਾਲ ਇਹਨਾਂ ਦੇ ਨਾਮ ਅਜੇ ਤੱਕ ਉਹਨਾਂ ਵੱਲੋਂ ਜਨਤਕ ਨਹੀਂ ਕੀਤੇ ਗਏ। ਮਾਮਲੇ ਦੀ ਜਾਂਚ ਜਾਰੀ ਹੈ। ਔਰੇਲੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ 2 ਵਾਹਨ ਆਪਸ ਵਿੱਚ ਟਕਰਾਏ। ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ 3 ਜਾਣੇ ਜ਼ਖਮੀ ਦੱਸੇ ਗਏ। ਇਸ ਘਟਨਾ ਬਾਰੇ ਹੁਣ ਓਨਟਾਰੀਓ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਹਾਈਵੇ 12 ਉੱਪਰ ਹਾਦਸਾ ਵਾਪਰਿਆ, ਜਿੱਥੇ 7:30 ਦੇ ਕਰੀਬ ਵਾਹਨ ਆਪਸ ਵਿੱਚ ਟਕਰਾਏ। ਪੁਲਿਸ ਦੇ ਦੱਸਣ ਮੁਤਾਬਕ ਇੱਕ ਵਿਅਕਤੀ ਨੂੰ ਘਟਨਾ ਵਾਲੀ ਥਾਂ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜਿਹੜੇ ਹੋਰ ਇਸ ਦੌਰਾਨ ਜ਼ਖਮੀ ਹੋਏ ਨੇ, ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 2 ਯਾਤਰੀਆਂ ਨੂੰ ਲੋਕਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇੱਥੇ ਇਹ ਹਾਦਸਾ ਕਿਵੇਂ ਵਾਪਰਿਆ। ਇਸ ਦਾ ਕਾਰਨ ਪਤਾ ਲਗਾਉਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੀ ਮੌਤ ਹੋਈ ਤੇ ਜਿਹੜੇ 3 ਜਾਣੇ ਜ਼ਖਮੀ ਨੇ, ਉਹਨਾਂ ਦੀ ਪਹਿਚਾਣ ਪੁਲਿਸ ਨੇ ਅਜੇ ਜਨਤਕ ਨਹੀਂ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ 705-326-3536 ਜਾਂ ਫਿਰ 1888-310-1122 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕ੍ਰਾਈਮ ਸਟਾਪਰਸ ਨਾਲ 1800-222-8477 ਤੇ ਸੰਪਰਕ ਕੀਤਾ ਜਾ ਸਕਦਾ ਹੈ। ਐਲਬਰਟਾ ਵੱਲੋਂ ਕੋਰੋਨਾ ਦੇ ਹਾਲਾਤਾਂ ਨਾਲ ਜਾਣੂ ਕਰਵਾਇਆ ਗਿਆ। ਦਰਅਸਲ ਆਫੀਸ਼ੀਅਲਸ ਵੱਲੋਂ ਕੋਰੋਨਾ ਅਪਡੇਟ ਦਿੱਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਸੂਬੇ ਅੰਦਰ ਮੌਜੂਦਾ ਸਮੇਂ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ। ਇਸ ਸਥਿਤੀ ਬਾਰੇ ਉਹ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਐਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਇਸ ਸਮੇਂ ਜਿਹੜੇ ਹਾਲਾਤ ਬਣੇ ਹੋਏ ਨੇ, ਇਸ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਐਲਬਰਟਾ ਵਿੱਚ ਕੋਰੋਨਾ ਵਾਇਰਸ ਬਾਰੇ ਜਾਣੂ ਕਰਵਾਇਆ ਗਿਆ, ਜਿੱਥੇ ਦੱਸਿਆ ਗਿਆ ਹੈ ਕਿ ਰੋਜ਼ਾਨਾ ਇੱਥੇ ਕਿੰਨੇ ਕੇਸਸ ਰਿਪੋਰਟ ਹੋ ਰਹੇ ਹਨ ਤੇ ਇਸ ਤੋਂ ਇਲਾਵਾ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ, ਇਹ ਵੀ ਦੱਸਿਆ ਗਿਆ। ਸੋ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਐਲਬਰਟਾ ਦੇ ਅਧਿਕਾਰੀਆਂ ਦਾ ਕੋਰੋਨਾ ਦੀ ਮੌਜੂਦਾ ਸਥਿਤੀ ਬਾਰੇ ਕੀ ਹੈ ਕਹਿਣਾ। There have been no confirmed cases in Alberta to date, and we are working to provide information to frontline physicians on this topic. There is a great deal of work being done on this globally, and some cases have had an adenovirus, which is a common cold virus, identified.
It is not clear if this virus is causing the hepatitis, but it is one possible cause that is being explored. For parents in Alberta who may be worried about this, I want to underline the point that this is a very rare condition, with only about 170 cases identified worldwide. If there is an infectious cause of this syndrome, the same things we have been doing as parents over the last 2 years will still be valuable now, such as reminding our kids to clean their hands regularly and continuing to support the important practice of encouraging everyone in our circles to stay home when feeling sick. Using masks in public places is an option for families who wish to add an extra layer of protection. We're working closely with federal, provincial, and territorial partners to monitor emerging information, and we'll keep Albertans informed of any developments. For today's COVID update, between Tuesday, April 19th to Monday, April 25th, our PCR test positivity ranged from 23.4 to 30.6%, with an average of 25.7% for the week. This is stable from the previous week. As the Minister mentioned, hospitalizations have increased slightly. Currently, there are 1,220 people with COVID-19 in hospital, including 47 in the ICU. Sadly, between April 19th and April 25th, an average of 9 deaths per day related to COVID-19 were reported to Alberta Health. By comparison, US data estimates that prior to COVID, there was an average of 1 death per day per 2 million people for influenza and RSV combined, which would work out to about 2 to 3 deaths per day in Alberta on average. Clearly, COVID is still something we need to be very mindful of. The individuals whose deaths were reported in the last week were between the ages of 32 and 103. My deepest sympathies are with their loved ones and anyone in Alberta who has lost someone they cared about, no matter the cause. ਇਸ ਖਬਰ ਵਿੱਚ ਜਾਣਕਾਰੀ ਤੁਹਾਨੂੰ ਦਿਆਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ, ਇਹਨਾਂ ਸੂਬਿਆਂ ਵਿੱਚ ਕਰੋਨਾ ਦੇ ਕੀ ਹਾਲਾਤ ਬਣੇ ਹੋਏ ਨੇ, ਤੁਹਾਨੂੰ ਜਾਣੂ ਕਰਵਾਵਾਂਗੇ ਇਸ ਖਬਰ ਰਾਹੀਂ। ontario ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੈ ਜਿਨ੍ਹਾਂ ਦਾ ਕਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ। ਇੱਥੇ ਹਸਪਤਾਲ ਵਿੱਚ 1661 ਦੱਸੇ ਗਏ ਜਿਨ੍ਹਾਂ ਨੂੰ ਕਰੋਨਾ ਕਾਰਨ ਭਰਤੀ ਕਰਵਾਇਆ ਗਿਆ। ਇੰਟੈਂਸਿਵ ਕੇਅਰ ਅਧੀਨ 202 ਜਾਣਿਆਂ ਬਾਰੇ ਜਾਣਕਾਰੀ ਮਿਲੀ ਹੈ। ਬੀਤੇ 24 ਘੰਟੇ ਦੌਰਾਨ ਸੂਬੇ ਤੋਂ 3000 ਤੋਂ ਜ਼ਿਆਦਾ ਕੇਸਿਸ ਸਾਹਮਣੇ ਆਏ। ਇਨ੍ਹਾਂ 24 ਘੰਟੇ ਦੌਰਾਨ 3560 ਮਾਮਲਿਆਂ ਦੀ ਪੁਸ਼ਟੀ ਹੋਈ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 12,52,578 ਕੇਸਿਸ ਸਾਹਮਣੇ ਆ ਚੁੱਕੇ ਨੇ। 24 ਘੰਟਿਆਂ ਦੌਰਾਨ 21 ਲੋਕਾਂ ਨੇ ਵਾਇਰਸ ਕਾਰਨ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 12,792 ਤੇ ਪਹੁੰਚ ਗਿਆ। ਇੱਥੇ ਰਿਕਵਰਡ ਕੇਸਿਸ ਦੀ ਗਿਣਤੀ 12,08,332 ਦੱਸੀ ਗਈ ਹੈ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਉਮਰ 12 ਸਾਲ ਤੇ ਇਸ ਤੋਂ ਵੱਧ ਹੈ ਉਹਨਾਂ ਵਿੱਚ 91.1% ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ, 93% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 56.4% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਹਾਸਲ ਕੀਤੇ ਜਾ ਚੁੱਕੇ ਨੇ। 5 ਸਾਲ ਤੋਂ 11 ਸਾਲ ਵਾਲਿਆਂ ਵਿੱਚ 56.2% ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 35.1% ਆਬਾਦੀ ਨੂੰ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ਸ ਲਗਾਈਆਂ ਜਾ ਚੁੱਕੀਆਂ ਨੇ। ਦੱਸ ਦਈਏ ਕਿ ਪਹਿਲਾਂ ਦੇ ਮੁਕਾਬਲੇ ਓਨਟਾਰੀਓ ਵਿੱਚ ਕਰੋਨਾ ਦੇ ਕੇਸਿਸ ਵੱਧ ਰਹੇ ਹਨ। ਇੱਥੇ ਕਰੋਨਾ ਦੀ 6ਵੀਂ ਲਹਿਰ ਸ਼ੁਰੂ ਹੋ ਚੁੱਕੀ ਹੈ। ਕਿਊਬੈਕ ਵਿੱਚ ਹਸਪਤਾਲ ਅੰਦਰ 2000 ਤੋਂ ਵੱਧ ਮਰੀਜ਼ ਦੱਸੇ ਗਏ। ਹਸਪਤਾਲ ਵਿੱਚ ਇਸ ਸਮੇਂ 2326 ਮਰੀਜ਼ ਹਨ ਜਿਨ੍ਹਾਂ ਦਾ ਕਰੋਨਾ ਕਾਰਨ ਇਲਾਜ ਚੱਲ ਰਿਹਾ ਹੈ। ਇੰਟੈਂਸਿਵ ਕੇਅਰ ਅਧੀਨ 85 ਹਨ। ਪ੍ਰੋਵਿੰਸ ਵਿੱਚ 24 ਘੰਟਿਆਂ ਦੌਰਾਨ 1768 ਕੇਸਿਸ ਰਿਪੋਰਟ ਹੋਏ ਤੇ 23 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 10,39,426 ਕਰੋਨਾ ਕੇਸਿਸ ਸਾਹਮਣੇ ਆ ਚੁੱਕੇ ਨੇ। 14,951 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 5 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 87% ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ, 54% ਵੱਲੋਂ 3 ਟੀਕੇ ਲਗਵਾਏ ਜਾ ਚੁੱਕੇ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕਈਆਂ ਦਾ ਟੁੱਟਾ ਪੀਆਰ ਦਾ ਸੁਪਨਾ, ਹਜ਼ਾਰਾਂ ਨੌਜਵਾਨ ਹੋਏ ਪਰੇਸ਼ਾਨ। ਟਰੂਡੋ ਖਿਲਾਫ ਜਾਂਚ ਦੀ ਮੰਗ 2016 ਦਾ ਹੈ ਮਾਮਲਾ। ਓਨਟਾਰੀਓ ਸਰਕਾਰ ਵੱਲੋਂ ਬਜਟ ਪੇਸ਼, ਘੱਟ ਇਨਕਮ ਵਾਲਿਆਂ ਨੂੰ ਰਾਹਤ। ਕਿਸਾਨ ਹੋਏ ਪਰੇਸ਼ਾਨ, ਮੌਸਮ ਨੇ ਕੀਤੇ ਔਖੇ।
ਸਨਵਿੰਗ ਪਾਰਟੀ ਮਾਮਲੇ ਵਿੱਚ $59,500 ਦਾ ਜੁਰਮਾਨਾ। ਟਰਾਂਸਪੋਰਟ ਮੰਤਰੀ ਨੇ ਦਿੱਤੀ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।